ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸਾਖੀ ਸਾਂਝੀ ਕਰਾਂਗਾ। ਬਾਬਾ ਦੀਪ ਸਿੰਘ ਜੀ ਦਾ ਜਨਮ ਮਾਤਾ ਜਿਉਣੀ ਦੀ ਕੁੱਖੋਂ ਪਿੰਡ ਪਹਵੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਭਾਈ ਭਗਤਾ ਦੇ ਘਰ ਹੋਇਆ। ਮਾਤਾ ਪਿਤਾ ਨੇ ਬਾਲਕ ਦਾ ਨਾਮ ਦੀਪਾ ਰੱਖਿਆ। ਸੰਨ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਥਾਪਨਾ ਕੀਤੀ। ਪੰਜਾਂ ਸਿੰਘਾਂ ਵੱਲੋਂ ਸੀਸ ਭੇਟ ਕਰਨ ਦੀ ਵਾਰਤਾ ਦਸ਼ਮੇਸ਼ ਪਿਤਾ ਦੇ ਇਸ ਮੌਕੇ ਕੀਤੇ ਕੌਤਕ ਤੇ ਪੰਜਾਂ ਨੂੰ ਖੰਡੇ ਬਾਟੇ ਦੀ ਪੋਹਲ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਬਣਾਉਣ ਦੀ ਵਾਰਤਾ ਪੰਜਾਬ ਦੇ ਪਿੰਡ ਪਿੰਡ ਫੈਲ ਗਈ। ਅਗਲੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਪਿੰਡਾਂ ਵਿੱਚੋਂ ਭਾਰੀ ਗਿਣਤੀ ਵਿੱਚ ਸ਼ਰਧਾਲੂ ਸਿੱਖ ਪੁੱਜੇ। 18 ਸਾਲ ਦਾ ਦੀਪਾ ਵੀ ਆਪਣੇ ਮਾਤਾ ਪਿਤਾ ਨਾਲ ਗੁਰੂ ਦਰਸ਼ਨ ਲਈ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਆਇਆ ਤੇ ਉਸਨੇ ਅੰਮ੍ਰਿਤ ਛਕਿਆ। ਦਸ਼ਮੇਸ਼ ਪਿਤਾ ਨੇ ਪੰਜਾਂ ਸਿੰਘਾਂ ਵਿੱਚ ਜਥੇਦਾਰ ਦੇ ਰੂਪ ਵਿੱਚ ਖੰਡੇ ਬਾਟੇ ਦੀ ਪੋਹਲ ਤਿਆਰ ਕੀਤੀ। ਇਹ ਅੰਮ੍ਰਿਤ ਦੀ ਦਾਤ ਦੀਪੇ ਨੂੰ ਵੀ ਪ੍ਰਾਪਤ ਹੋਈ ਤੇ ਉਸ ਦਾ ਨਾਮ ਦੀਪੇ ਤੋਂ ਦੀਪ ਸਿੰਘ ਰੱਖ ਦਿੱਤਾ ਗਿਆ। ਬਾਬਾ ਦੀਪ ਸਿੰਘ ਜੀ ਆਪਣੇ ਘਰਦਿਆਂ ਤੋਂ ਆਗਿਆ ਲੈ ਕੇ ਤੇ ਗੁਰੂ ਸਾਹਿਬ ਦੇ ਹੁਕਮ ਨਾਲ ਅਨੰਦਪੁਰ ਸਾਹਿਬ ਵਿੱਚ ਹੀ ਰਹਿ ਪਏ। ਵਿਦਵਾਨ ਭਾਈ ਮਨੀ ਸਿੰਘ ਜੀ ਦੀ ਸੰਗਤ ਵਿੱਚ ਰਹਿ ਕੇ ਆਪ ਨੇ ਲਿਖਣਾ ਸਿੱਖ ਲਿਆ ਤੇ ਕੁਝ ਦਿਨਾਂ ਵਿੱਚ ਆਪ ਦੀ ਲਿਖਾਈ ਮੋਤੀਆਂ ਵਰਗੀ ਹੋ ਪਈ ਤੇ ਸ਼ਸਤਰ ਵਿੱਦਿਆ ਵੀ ਆਪ ਨੇ ਬਹੁਤ ਹੀ ਜ਼ਿਆਦਾ ਵਧੀਆ ਸਿੱਖੀ। ਸਤਿਗੁਰਾਂ ਨਾਲ ਸ਼ਿਕਾਰ ਕਰਨ ਜਾਂਦੇ ਤੇ ਸ਼ਿਕਾਰ ਖੇਡਦਿਆਂ ਸ਼ੇਰ ਨੂੰ ਮਾਰ ਸੁੱਟਦੇ। 20-22 ਸਾਲ ਦੀ ਉਮਰ ਵਿੱਚ ਹੀ ਬਾਬਾ ਦੀਪ ਸਿੰਘ ਜੀ ਵਿਦਵਾਨ ਤੇ ਸ਼ੂਰਵੀਰ ਸੈਨਿਕ ਬਣ ਗਏ। ਕੁਝ ਸਮੇਂ ਮਗਰੋਂ ਮਾਤਾ ਪਿਤਾ ਨੇ ਗੁਰੂ ਜੀ ਪਾਸ ਬੇਨਤੀ ਕਰਕੇ ਸ਼ਾਦੀ ਦੇ ਸੰਬੰਧ ਵਿੱਚ ਦੀਪ ਸਿੰਘ ਜੀ ਨੂੰ ਆਪਣੇ ਪਿੰਡ ਵਾਪਸ ਬੁਲਾ ਲਿਆ। ਹਾਲਾ ਸ਼ਾਦੀ ਹੋਣੀ ਹੀ ਸੀ ਕਿ ਸਤਿਗੁਰ ਅਨੰਦਪੁਰ ਛੱਡ ਦਿੱਤਾ। ਚਾਰੇ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕਰ ਗਏ ਸਨ। ਗੁਰੂ ਸਾਹਿਬ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ। ਇਹ ਖਬਰ ਸੁਣ ਕੇ ਬਾਬਾ ਦੀਪ ਸਿੰਘ ਜੀ ਘੋੜੇ ਦੇ ਉੱਤੇ ਚੜ੍ਹੇ ਤੇ ਗੁਰੂ ਸਾਹਿਬ ਦੀ ਭਾਲ ਵਿੱਚ ਨਿਕਲ ਪਏ। ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਪਹੁੰਚੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਉੱਤੇ ਆਪਣਾ ਸੀਸ ਟਿਕਾ ਕੇ ਕਹਿੰਦੇ ਕਿ ਜੰਗ ਦੇ ਸਮੇਂ ਮੈਂ ਅਨੰਦਪੁਰ ਸਾਹਿਬ ਵਿੱਚ ਨਹੀਂ ਸਾਂ ਤੇ ਇਸ ਗੱਲ ਦੀ ਮਾफ़ੀ ਮੰਗੀ ਤੇ ਗੁਰੂ ਸਾਹਿਬ ਨੇ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਇਹ ਆਗਿਆ ਦਿੱਤੀ ਕਿ ਤੁਸੀਂ ਇੱਥੇ ਰਹਿ ਕੇ ਗੁਰੂ ਬਾਣੀ ਦਾ ਪ੍ਰਚਾਰ ਕਰੋ ਤੇ ਬਾਬਾ ਦੀਪ ਸਿੰਘ ਜੀ ਤਾਂ ਦਮਦਮਾ ਸਾਹਿਬ ਵਿਖੇ ਰਹਿ ਪਏ ਤੇ ਉੱਥੇ ਗੁਰਬਾਣੀ ਦਾ ਪ੍ਰਚਾਰ ਕਰਨ ਲੱਗ ਪਏ। ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਸਰੂਪ ਆਪ ਨੇ ਹੱਥੀਂ ਵੀ ਲਿਖੇ ਤੇ ਵੱਖ-ਵੱਖ ਧਰਮ ਸਥਾਨਾਂ 'ਤੇ ਭੇਜੇ। ਭਾਈ ਮਨੀ ਸਿੰਘ ਜੀ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਸੰਭਾਲੀ। ਮਗਰੋਂ ਦਮਦਮਾ ਸਾਹਿਬ ਦਾ ਇੰਤਜ਼ਾਮ ਬਾਬਾ ਦੀਪ ਸਿੰਘ ਜੀ ਦੇ ਜਿੰਮੇ ਲੱਗਾ ਤੇ ਇੱਥੇ ਰਹਿ ਕੇ ਉਹਨਾਂ ਗੁਰਸਿੱਖੀ ਦਾ ਪ੍ਰਚਾਰ ਕਰਨ ਲੱਗ ਪਏ। ਸੰਨ 1709 ਈਸਵੀ ਵਿੱਚ ਜਦ ਬਾਬਾ ਬੰਦਾ ਸਿੰਘ ਬਹਾਦਰ ਜ਼ਾਲਮਾਂ ਨੂੰ ਸੋਧਣ ਲਈ ਪੰਜਾਬ ਵੱਲ ਆਇਆ ਤਾਂ ਬਾਬਾ ਦੀਪ ਸਿੰਘ ਜੀ ਵੀ ਇੱਕ ਸਿੱਖਾਂ ਦਾ ਭਾਰੀ ਜਥਾ ਲੈ ਕੇ ਬਾਬਾ ਬੰਦਾ ਸਿੰਘ ਜੀ ਨਾਲ ਰਲ ਗਏ ਤੇ ਸਰਹੰਦ ਤੇ ਸੰਢੋਰਾ ਫਤਿਹ ਕਰਨ ਵੇਲੇ ਵੱਧ ਚੜ੍ਹ ਕੇ ਖੰਡਾ ਖੜਕਾਇਆ। ਉਸ ਤੋਂ ਬਾਅਦ ਜਦ
ਜ਼ਕਰੀਆ ਖਾਨ ਮਰ ਗਿਆ। ਉਸ ਤੋਂ ਬਾਅਦ ਉਸਦਾ ਪੁੱਤਰ ਯਹੀਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ। ਉਸ ਨੇ ਲਖਪਤ ਰਾਏ ਨੂੰ ਹੁਕਮ ਦਿੱਤਾ ਕਿ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇ। ਲਖਪਤ ਰਾਏ ਅਤੇ ਜਸਪਤ ਰਾਏ। ਲਖਪਤ ਰਾਏ ਨੂੰ ਲੱਖੂ ਕਹਿ ਸਕਦੇ ਸਨ ਅਤੇ ਜਸਪਤ ਰਾਏ ਦਾ ਨਾਮ ਜੱਸੂ ਸੀ। ਸਿੱਖਾਂ ਨੇ ਜਦ ਭਾਈ ਲਾਲੋ ਦੇ ਸਥਾਨ ਜਿੱਥੇ ਗੁਰੂ ਨਾਨਕ ਸਾਹਿਬ ਰਹੇ ਉੱਥੇ ਪੰਥ ਨੇ ਮੇਲਾ ਲਾਉਣਾ ਸੀ ਤਾਂ ਉਸ ਜਸਪਤ ਰਾਏ ਨੇ ਬਹੁਤ ਹੀ ਜ਼ਿਆਦਾ ਗਲਤ ਸ਼ਬਦ ਗੁਰਸਿੱਖੀ ਵਿਰੁੱਧ ਕਹੇ ਅਤੇ ਭਾਰੀ ਫੌਜ ਲੈ ਕੇ ਪੰਥ ਨਾਲ ਲੜਨ ਲਈ ਆ ਗਿਆ ਅਤੇ ਇੱਕ ਬਹੁਤ ਹੀ ਵੱਡੀ ਪਹਾੜੀ ਦੇ ਉੱਤੇ ਹਾਥੀ ਖੜ੍ਹਾ ਕਰਕੇ ਉਸ ਦੇ ਉੱਤੇ ਸਿੱਖਾਂ ਦੇ ਬਾਰੇ ਬਕਵਾਸ ਕਰਨ ਲੱਗ ਪਿਆ ਅਤੇ ਇੱਕ ਮਜ਼੍ਹਬੀ ਸਿੰਘ ਪਿੱਛੋਂ ਹਾਥੀ ਦੀ ਪੂਛ ਫੜ ਕੇ ਚੜ੍ਹਿਆ ਅਤੇ ਉਸ ਜਸਪਤ ਰਾਏ ਦਾ ਸਿਰ ਵੱਢ ਦਿੱਤਾ। ਫਿਰ ਲੱਖੂ ਨੇ ਲਾਹੌਰ ਦੇ ਦੀਵਾਨ ਵਿੱਚ ਉੱਠ ਕੇ ਆਪਣੀ ਪੱਗ ਸੁੱਟੀ ਅਤੇ ਕਿਹਾ ਕਿ ਮੈਂ ਇਸ ਪੰਥ ਨੂੰ ਨਹੀਂ ਛੱਡਾਂਗਾ, ਮੈਂ ਇਹ ਪੰਥ ਖਤਮ ਕਰਦਾ ਹਾਂ। ਇੱਥੇ ਹੀ ਗੁਰੂ ਨਾਨਕ ਖੱਤਰੀ ਨੇ ਇਹ ਪੰਥ ਚਲਾਇਆ ਸੀ ਅਤੇ ਮੈਂ ਲਖਪਤ ਰਾਏ ਖੱਤਰੀ ਇਹ ਪੰਥ ਨੂੰ ਖਤਮ ਕਰਦਾ ਹਾਂ। ਅਤੇ ਉਸ ਨੇ ਪੰਥ ਨੂੰ ਕਾਨੂੰਮਾਨ ਦੇ ਛੰਭ ਵਿੱਚ ਫਸਾਇਆ। ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਨਾਲ ਰਲਾ ਲਿਆ ਅਤੇ ਜੋ ਕੋਈ ਵੀ ਸਾਹਮਣੇ ਹਿੰਦੂ ਮੁਸਲਮਾਨ ਜਾਂ ਫਿਰ ਕਿਸੇ ਹੋਰ ਧਰਮ ਦਾ ਆਉਂਦਾ ਸੀ ਤਾਂ ਉਸ ਨੂੰ ਆਪਣੇ ਨਾਲ ਫੌਜ ਵਿੱਚ ਰਲਾ ਲੈਂਦਾ ਸੀ। ਉਹ ਬਹੁਤ ਹੀ ਭਾਰੀ ਫੌਜ ਲੈ ਕੇ ਕਾਨੂੰਮਾਨ ਦੇ ਛੰਭ ਵੱਲ ਨੂੰ ਗਿਆ। ਕਾਨੂੰਮਾਨ ਦੇ ਛੰਭ ਵਿੱਚ ਬਾਬਾ ਦੀਪ ਸਿੰਘ ਜੀ, ਬਾਬਾ ਨੇਤਰ ਸਿੰਘ ਜੀ, ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਨਵਾਬ ਕਪੂਰ ਸਿੰਘ, ਹੋਰ ਬਹੁਤ ਹੀ ਜ਼ਿਆਦਾ ਵੱਡੇ ਵਿਦਵਾਨ ਅਤੇ ਸ਼ੂਰਵੀਰ ਸਨ। ਪੰਥ ਬਹੁਤ ਹੀ ਜ਼ਿਆਦਾ ਖਤਰੇ ਵਿੱਚ ਸੀ। ਰਾਵੀ ਦਰਿਆ ਵੀ ਬਹੁਤ ਚੜ੍ਹਿਆ ਹੋਇਆ ਸੀ। ਭਾਈ ਸੁੱਖਾ ਸਿੰਘ ਜੀ ਵੀ ਇਸ ਪੰਥ ਵਿੱਚ ਹਨ। ਭਾਈ ਸੁੱਖਾ ਸਿੰਘ ਜੀ ਪਾਗਲ ਸ਼ੇਰਾਂ ਵਾਂਗੂ ਉਸ ਲੱਖੂ ਨੂੰ ਲੱਭ ਰਹੇ ਸਨ। ਉਸ ਲੱਖੂ ਪਾਪੇ ਨੇ ਇਨਸਾਨੀਅਤ ਨੂੰ ਤਿਆਗ ਕੇ ਜੰਗਲ ਨੂੰ ਅੱਗ ਲਾ ਦਿੱਤੀ। ਉੱਪਰੋਂ ਮੀਂਹ ਪੈ ਰਿਹਾ ਸੀ। ਕਈ ਸਿੰਘ ਪਹਾੜ ਵੱਲੋਂ ਚੜ੍ਹੇ ਅਤੇ ਉੱਤੋਂ ਪਹਾੜੀ ਰਾਜੇ ਪਹਿਲੇ ਹੀ ਸਿੰਘਾਂ ਤੋਂ ਬਹੁਤ ਹੀ ਜ਼ਿਆਦਾ ਜਲਦੇ ਸਨ ਅਤੇ ਉਹਨਾਂ ਨੇ ਉੱਤੋਂ ਗੋਲੀਆਂ ਬੰਦੂਕਾਂ ਦੀ ਬੌਛਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਈ ਸਿੰਘ ਤਾਂ ਉੱਤੇ ਚੜ੍ਹੇ ਪਰ ਕੁਝ ਤਾਂ ਸ਼ਹੀਦੀ ਪ੍ਰਾਪਤ ਕਰ ਗਏ। ਜੇ ਮਾੜਾ ਜਿਹਾ ਵੀ ਕਿਤੇ ਪੈਰ ਫਿਸਲਿਆ ਤਾਂ ਜਾ ਕੇ ਰਾਵੀ ਦਰਿਆ ਵਿੱਚ ਡਿੱਗਦੇ ਸਨ। ਪੰਥ ਫਸਿਆ ਹੋਇਆ ਸੀ। ਇੱਕ ਪਾਸੇ ਲੱਖੂ ਪਾਪੀ ਭਾਰੀ ਫੌਜ ਲੈ ਕੇ ਖੜ੍ਹਾ ਹੋਇਆ ਸੀ, ਦੂਜੇ ਪਾਸੇ ਪਹਾੜ ਅਤੇ ਪਹਾੜੀ ਰਾਜੇ ਅਤੇ ਇੱਕ ਪਾਸੇ ਦਰਿਆ ਬਹੁਤ ਹੀ ਜ਼ਿਆਦਾ ਚੜ੍ਹਿਆ ਹੋਇਆ ਸੀ। ਅਤੇ ਪੰਥ ਦੇ ਵੱਡੇ ਵਿਦਵਾਨਾਂ ਨੇ ਸੋਚਿਆ ਕਿ ਹੁਣ ਕੋਈ ਰਾਸਤਾ ਨਹੀਂ ਹੈ, ਹੁਣ ਇਸ ਲੱਖੂ ਪਾਪੀ ਨੂੰ ਸੋਧ ਕੇ ਅੱਗੇ ਨਿਕਲੋ। ਅਤੇ ਸਾਰਾ ਪੰਥ ਅੱਗੇ ਵਧਿਆ ਅਤੇ ਪਿੰਡ ਦੇ ਲੋਕ ਜਿਨ੍ਹਾਂ ਨੂੰ ਲੱਖੂ ਪਾਪੀ ਨੇ ਆਪਣੇ ਨਾਲ ਰਲਾ ਲਿਆ ਸੀ, ਜੋ ਕਿ ਚਾਹੁੰਦੇ ਨਹੀਂ ਸਨ, ਜੋ ਕਿ ਸਿੱਖਾਂ ਦੇ ਪ੍ਰੇਮੀ ਵੀ ਸਨ, ਲੱਖੂ ਪਾਪੀ ਨੇ ਉਹਨਾਂ ਨੂੰ ਮਜਬੂਰ ਕਰਕੇ ਆਪਣੇ ਨਾਲ ਰਲਾ ਲਿਆ ਅਤੇ ਕਈਆਂ ਨੇ ਤਾਂ ਸਿੱਖਾਂ ਨੂੰ ਰਾਹ ਦੇ ਦਿੱਤਾ ਅਤੇ ਜੋ ਸਾਹਮਣੇ ਅੜਿਆ ਉਸ ਨੂੰ ਸੋਧ ਕੇ ਸਿੰਘ ਅੱਗੇ ਵੱਧ ਗਏ। ਅਤੇ ਇਸ ਜੰਗ ਵਿੱਚ ਭਾਈ ਸੁੱਖਾ ਸਿੰਘ ਜੀ ਦੇ ਪੱਟ ਦੇ ਉੱਤੇ ਤੋਪ ਦਾ ਗੋਲਾ ਵੱਜਿਆ, ਕਿਉਂਕਿ ਭਾਈ ਸੁੱਖਾ ਸਿੰਘ ਜੀ ਲੱਖੂ ਪਾਪੀ ਨੂੰ ਲੱਭ ਰਹੇ ਸਨ ਪਰ ਲੱਖੂ ਪਾਪੀ ਫੌਜ ਦੇ ਵਿੱਚ ਲੁਕਿਆ ਹੋਇਆ ਸੀ। ਅਤੇ ਫਿਰ ਪੰਥ ਮਾਲਵੇ ਦੀ ਧਰਤੀ ਵੱਲ ਨੂੰ ਵਧਿਆ ਅਤੇ ਜਦ ਪੰਥ 7-8 ਮਹੀਨਿਆਂ ਬਾਅਦ ਕਾਇਮ ਹੋ ਗਿਆ ਅਤੇ ਫਿਰ ਮਜ਼ਲੂਮਾਂ ਨੂੰ ਬਚਾਉਣ ਲਈ ਸਿੰਘ ਲੜਨ ਲਈ ਖੜ੍ਹੇ ਹੋ ਗਏ ਅਤੇ ਭਾਈ ਸੁੱਖਾ ਸਿੰਘ ਜੀ ਦਾ ਵੀ ਪੱਟ ਠੀਕ ਹੋ ਗਿਆ ਸੀ। ਫਿਰ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਦੇ ਉੱਤੇ ਚੜ੍ਹ ਕੇ ਆ ਗਿਆ। ਮਥੁਰਾ, ਬ੍ਰਿੰਦਾਵਨ ਅਤੇ ਦਿੱਲੀ ਨੂੰ ਲੁੱਟ ਕੇ ਵਾਪਸ ਆਪਣੇ ਦੇਸ਼ ਨੂੰ ਪਰਤਿਆ ਤਾਂ ਉਸ ਦੇ ਪਾਸ ਹਜ਼ਾਰਾਂ ਪਸ਼ੂਆਂ 'ਤੇ ਲੱਦਿਆ ਸੋਨਾ ਸੀ।
ਹਜ਼ਾਰਾਂ ਹਿੰਦੂ ਤੇ ਮੁਸਲਮਾਨ ਨੌਜਵਾਨ ਸੀ। ਵਿਧਵਾ ਤੇ ਵਿਆਹੀਆਂ ਲੜਕੀਆਂ ਵੀ ਆਪਣੇ ਨਾਲ ਲੈ ਜਾ ਰਿਹਾ ਸੀ। ਪੰਥ ਦੇ ਵੱਡੇ ਵਿਦਵਾਨਾਂ ਨੇ ਫੈਸਲਾ ਕੀਤਾ ਕਿ ਅਬਦਾਲੀ ਤੋਂ ਦੇਸ਼ ਦਾ ਸੋਨਾ ਤੇ ਬੀਬੀਆਂ ਨੂੰ ਛਡਾਉਣਾ ਹੈ ਤੇ ਹਿੰਦੂ ਮੁਸਲਮਾਨ ਵੀਰਾਂ ਨੂੰ ਵੀ ਛਡਾਉਣਾ ਹੈ। ਤੇ ਬਾਬਾ ਦੀਪ ਸਿੰਘ ਜੀ ਨੇ ਤੇ ਹੋਰ ਪੰਥ ਨੇ ਫੈਸਲਾ ਕੀਤਾ ਤੇ ਅਬਦਾਲੀ ਤੋਂ ਸਾਰਾ ਸੋਨਾ ਤੇ ਹੋਰ ਨੌਜਵਾਨ ਆਦਮੀ ਤੇ ਹੋਰ ਕੁਆਰੀਆਂ ਲੜਕੀਆਂ ਨੂੰ ਛਡਾਉਣ ਦਾ ਫੈਸਲਾ ਕੀਤਾ। ਬਾਬਾ ਦੀਪ ਸਿੰਘ ਜੀ ਦੇ ਜਥੇ ਦੀ ਡਿਊਟੀ ਕੁਰੂਕਸ਼ੇਤਰ ਪਾਸ ਲੱਗੀ, ਜਿੱਥੇ ਮਹਾਭਾਰਤ ਹੋਇਆ ਸੀ। ਜਦ ਅਬਦਾਲੀ ਦੀਆਂ ਫੌਜਾਂ ਲੰਘਦੀਆਂ ਤਾਂ ਸਿੰਘਾਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ। ਉਹਨਾਂ ਨੇ ਕੁਛ ਮਤਾ ਹੀ ਐਸਾ ਕੱਢਿਆ ਸੀ। ਇੱਕ ਪੰਥ ਆਉਂਦਾ ਸੀ ਤੇ ਕੁਝ ਲੜਕਿਆਂ ਨੂੰ ਛਡਾ ਕੇ ਤੇ ਹੋਰ ਸੋਨਾ ਵੀ ਲੈ ਕੇ ਜਾਂਦਾ ਸੀ ਤੇ ਜਦ ਫੌਜ ਉਹਨਾਂ ਦੇ ਪਿੱਛੇ ਉਹਨਾਂ ਨੂੰ ਮਾਰਨ ਲਈ ਦੌੜਦੀ ਤਾਂ ਇੱਕ ਹੋਰ ਜਥਾ ਵਿੱਚ ਹੁੰਦਾ ਸੀ ਤੇ ਉਹ ਵਿੱਚੋਂ ਦੀ ਵੈਰੀ ਨੂੰ ਸੋਧ ਕੇ ਹੋਰ ਸੋਨਾ ਤੇ ਮੁਸਲਮਾਨ ਹਿੰਦੂ ਨੌਜਵਾਨ ਵੀਰਾਂ ਨੂੰ ਨਾਲ ਲੈ ਕੇ ਆ ਜਾਂਦੇ ਸਨ। ਲੜਕੀਆਂ ਨੂੰ ਛਡਾਉਂਦੇ ਹੀ ਨਹੀਂ ਸਨ ਤੇ ਉਹਨਾਂ ਦੇ ਘਰ ਉਹਨਾਂ ਨੂੰ ਛੱਡਣ ਜਾਂਦੇ ਸਨ। ਪਹਿਲਾਂ ਤਾਂ 300 ਦੇ ਕਰੀਬ ਬੀਬੀਆਂ ਨੂੰ ਛਡਾਇਆ, ਫਿਰ 100 ਹਿੰਦੂ ਲੜਕੀਆਂ ਨੂੰ ਛਡਾਇਆ ਤੇ ਇੱਕ ਹਮਲੇ ਵਿੱਚ 2200 ਬੀਬੀਆਂ ਨੂੰ ਛਡਾਇਆ। ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਤੇ ਹੋਰ ਪੰਥ ਦੇ ਸ਼ੇਰ ਸਿੰਘਾਂ ਨੇ 22,000 ਲੜਕੀਆਂ ਤੇ ਹਿੰਦੂ ਮੁਸਲਮਾਨ ਵੀਰਾਂ ਨੂੰ ਛਡਾਇਆ। ਮਰਹੱਟੇ, ਰਾਜਪੂਤ ਜਾਂ ਰੋਹਿਲਾ ਕੋਈ ਵੀ ਇਹਨਾਂ ਦੀ ਮਦਦ ਕਰਨ ਲਈ ਅੱਗੇ ਨਹੀਂ ਆਇਆ, ਪਰ ਪੰਥ ਇਹਨਾਂ ਲਈ ਅੱਗੇ ਆਇਆ। ਵਾਪਸ ਜਾਂਦਾ ਹੋਇਆ ਅਬਦਾਲੀ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਬਣਾ ਗਿਆ ਤੇ ਜਹਾਨ ਖਾਨ ਨੂੰ ਸੈਨਾਪਤੀ ਅਤੇ ਇਹ ਹੁਕਮ ਕਰ ਗਿਆ ਕਿ ਸਿੱਖਾਂ ਦਾ ਖੁਰਾ ਖੋਜ ਮਿਟਾਓ। ਸਿੱਖਾਂ ਦੇ ਸ਼ਹਿਰ ਅੰਮ੍ਰਿਤਸਰ ਦੇ ਪਵਿੱਤਰ ਹਰਿਮੰਦਰ ਨੂੰ ਢਾਹ ਢੇਰੀ ਕਰ ਦਿਓ ਤੇ ਸਰੋਵਰ ਨੂੰ ਮਲਬੇ ਨਾਲ ਪੂਰ ਦਿਓ। ਜਹਾਨ ਖਾਨ ਭਾਰੀ ਫੌਜ ਲੈ ਕੇ ਅੰਮ੍ਰਿਤਸਰ ਪੁੱਜਿਆ ਤੇ ਹਰਿਮੰਦਰ ਸਾਹਿਬ ਦੀ ਬਹੁਤ ਹੀ ਜ਼ਿਆਦਾ ਬੇਅਦਬੀ ਕੀਤੀ। ਬਾਬਾ ਗੁਰਬਖਸ਼ ਸਿੰਘ ਜੀ ਪਿੰਡ ਲੀਲਾਂ ਵਾਲੇ ਤੇ 30 ਕੁ ਹੋਰ ਸਾਥੀਆਂ ਨੇ ਉਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਲੜਦੇ ਲੜਦੇ ਸ਼ਹੀਦੀ ਪ੍ਰਾਪਤ ਕਰ ਗਏ। ਜਦ ਇਹ ਖਬਰ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਲੱਗੀ ਤਾਂ ਬਾਬਾ ਦੀਪ ਸਿੰਘ ਜੀ ਬਹੁਤ ਹੀ ਜ਼ਿਆਦਾ ਵੀਰ ਰਸ ਵਿੱਚ ਆ ਗਏ ਤੇ ਉਹਨਾਂ ਨੇ ਕਿਹਾ ਕਿ ਫੌਜਾਂ ਨੂੰ ਇਕੱਠੀਆਂ ਕਰੋ। ਉਹਨਾਂ ਦੇ ਨੇੜੇ ਪਿੰਡ ਦੀਆਂ ਫੌਜਾਂ ਇਕੱਠੀਆਂ ਹੋਈਆਂ ਤੇ ਉਸ ਵਕਤ ਉਹ 500 ਸਿੰਘ ਸਨ ਤੇ ਬਾਬਾ ਦੀਪ ਸਿੰਘ ਜੀ ਨੇ ਆਪਣੇ 18 ਸੈਰ ਦੇ ਖੰਡੇ ਨਾਲ ਇੱਕ ਧਰਤੀ 'ਤੇ ਲਕੀਰ ਵਾਹ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਕੋਈ ਸ਼ਹੀਦੀ ਪ੍ਰਾਪਤ ਕਰਨ ਲਈ ਤਿਆਰ ਹੈ ਉਹ ਇਸ ਲਕੀਰ ਨੂੰ ਪਾਰ ਕਰੋ। ਤੇ ਸਾਰੇ ਸਿੰਘ ਲਕੀਰ ਨੂੰ ਪਾਰ ਕਰਕੇ ਅੱਗੇ ਵੱਧ ਪਏ ਤੇ ਰਾਸਤੇ ਵਿੱਚ ਜਾਂਦੇ ਜਾਂਦੇ ਹੋਰ ਕਈ ਸ਼ੂਰਵੀਰ ਸਿੰਘ ਉਹਨਾਂ ਨਾਲ ਰਲ ਗਏ। ਫਿਰ ਗੁਰਸਿੱਖਾਂ ਦੀ ਗਿਣਤੀ 5000 ਤੇ ਫਿਰ 20,000 ਹੋ ਗਈ। ਜਹਾਨ ਖਾਨ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ। ਬਾਬਾ ਦੀਪ ਸਿੰਘ ਜੀ ਦੀ ਫੌਜ 5000 ਤੇ ਜਹਾਨ ਖਾਨ ਦੀ ਫੌਜ 20,000 ਸੀ। ਘਮਾਸਾਨ ਦੀ ਲੜਾਈ ਹੋਈ। ਬਾਬਾ ਜੀ ਨੇ ਭਾਈ ਦਿਆਲ ਸਿੰਘ ਜੀ ਨੂੰ 500 ਸਿੰਘਾਂ ਦਾ ਜਥਾ ਦਿੱਤਾ ਤੇ 500 ਸਿੰਘਾਂ ਦੇ ਜਥੇ ਸਮੇਤ ਵੈਰੀ ਨੂੰ ਸੋਧਦੇ ਹੋਏ ਅੱਗੇ ਵਧੇ। ਭਾਈ ਦਿਆਲ ਸਿੰਘ ਜੀ ਘੋੜੇ ਨੂੰ ਛੇੜ ਕੇ ਅੱਗੇ ਵਧੇ ਤੇ ਤਲਵਾਰ ਦੇ ਇੱਕੋ ਵਾਰ ਨਾਲ ਅਮੀਰ ਜਹਾਨ ਖਾਨ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਇੰਨੇ ਨੂੰ ਸ਼ਾਹੀ ਫੌਜਾਂ ਦਾ ਇੱਕ ਹੋਰ ਜਥੇਦਾਰ ਅਤਾਈ ਖਾਨ
ਤਾਜੀ ਫੌਜ ਲੈ ਕੇ ਅੱਗੇ ਆ ਵਧਿਆ। ਇੱਕ ਵਾਰੀ ਫਿਰ ਘਮਾਸਾਨ ਦੀ ਲੜਾਈ ਹੋਈ। ਬਾਬਾ ਦੀਪ ਸਿੰਘ ਜੀ 18 ਸ਼ਹਿਰ ਦੇ ਖੰਡੇ ਨਾਲ ਵੈਰੀ ਨੂੰ ਸੋਧਦੇ ਹੋਏ ਵੱਧ ਰਹੇ ਸਨ। ਬਾਬਾ ਦੀਪ ਸਿੰਘ ਜੀ ਦੇ ਸਰੀਰ ਦੇ ਉੱਤੇ ਬਹੁਤ ਹੀ ਜ਼ਿਆਦਾ ਫੱਟ ਲੱਗ ਗਏ ਸਨ। ਜ਼ਖਮਾਂ 'ਚੋਂ ਖੂਨ ਨਿਕਲ ਰਿਹਾ ਸੀ, ਪਰ ਬਾਬਾ ਦੀਪ ਸਿੰਘ ਜੀ ਲਗਾਤਾਰ ਵੈਰੀਆਂ ਨੂੰ ਸੋਧਦੇ ਹੋਏ ਅੱਗੇ ਵਧ ਰਹੇ ਸਨ। ਵੈਰੀਆਂ ਦਾ ਇੱਕ ਕਮਾਂਡਰ ਅਮਾਨ ਖਾਂ ਅੱਗੇ ਵਧਿਆ ਤੇ ਬਾਬਾ ਦੀਪ ਸਿੰਘ ਜੀ ਦੇ ਨਾਲ ਜੰਗ ਕਰਨ ਲੱਗਾ। ਬਾਬਾ ਦੀਪ ਸਿੰਘ ਜੀ ਦੇ ਖੰਡੇ ਨੇ ਉਸ ਅਮਾਨ ਖਾਂ ਦੇ ਵਾਰਾਂ ਨੂੰ ਰੋਕ ਕੇ ਰੱਖਿਆ ਹੋਇਆ ਸੀ। ਉਸ ਅਮਾਨ ਖਾਂ ਦਾ ਵਾਰ ਬਾਬਾ ਦੀਪ ਸਿੰਘ ਜੀ ਦੇ ਧੌਣ ਦੇ ਉੱਤੇ ਲੱਗਾ ਤੇ ਬਾਬਾ ਜੀ ਦਾ ਸੀਸ ਧਰਤੀ 'ਤੇ ਡਿੱਗਿਆ। ਤੇ ਉੱਧਰੋਂ ਇੱਕ ਸਿੱਖ ਨੇ ਆਵਾਜ਼ ਮਾਰੀ ਕਿ ਬਾਬਾ ਜੀ ਤੁਸੀਂ ਤਾਂ ਅੰਮ੍ਰਿਤਸਰ ਵਿਖੇ ਆਪਣਾ ਸੀਸ ਭੇਟ ਕਰਨਾ ਸੀ। ਤੇ ਬਾਬਾ ਜੀ ਉੱਥੇ ਹੀ ਉੱਠ ਖੜ੍ਹੇ ਹੋਏ ਤੇ ਇੱਕ ਹੱਥ ਵਿੱਚ ਖੰਡਾ ਤੇ ਇੱਕ ਹੱਥ ਵਿੱਚ ਆਪਣਾ ਸੀਸ ਲੈ ਕੇ ਵੈਰੀਆਂ ਨੂੰ ਸੋਧਣ ਲੱਗੇ। ਵੈਰੀ ਦਲ ਭੱਜ ਗਿਆ ਤੇ ਸਿੱਖਾਂ ਦੀ ਜਿੱਤ ਹੋਈ। ਬਾਬਾ ਦੀਪ ਸਿੰਘ ਜੀ ਨੇ ਆਪਣੇ ਲਹੂ ਨਾਲ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈ ਕੇ ਹਰਿਮੰਦਰ ਸਾਹਿਬ ਨੂੰ ਫਿਰ ਤੋਂ ਪਵਿੱਤਰ ਕਰ ਦਿੱਤਾ। ਕੁਝ ਇੱਦਾਂ ਦੇ ਕੌਤਕ ਤੇ ਵੱਡਾ ਇਤਿਹਾਸ ਸਾਨੂੰ ਪਤਾ ਨਹੀਂ ਹੈ। ਤੇ ਬਾਬਾ ਦੀਪ ਸਿੰਘ ਜੀ ਨੇ ਇਹ ਦੱਸ ਦਿੱਤਾ ਕਿ ਧਰਮ ਦੇ ਰਕਸ਼ਕ ਹੱਲੇ ਵੀ ਜਿੰਦਾ ਨੇ ਤੇ ਗੁਰਧਾਮਾਂ ਦੀ ਬੇਅਦਬੀ ਕਰਨ ਵਾਲੇ ਦਾ ਕੀ ਹਸ਼ਰ ਹੁੰਦਾ ਹੈ, ਇਹ ਦੱਸ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।